ਬਿਲਕੁਲ। ਅਗਲੀ ਗੱਲ ਕਰੀਏ ਦੀਪਕ ਜੀ, ਅਕਸਰ ਪੰਜਾਬ ਦੀ ਪਰਾਲੀ ਦੇ ਧੂਏ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਰੌਲੇ ਪੈਂਦੇ ਰਹਿੰਦੇ, ਖਾਸ ਕਰਕੇ ਜਿਹੜੀ ਦਿੱਲੀ ਆ ਉੱਥੋਂ ਤੇ ਜ਼ਿਆਦਾ ਹੀ। ਹੁਣ ਕਹਿੰਦੇ ਵੀ ਕਲਕੱਤਾ, ਭੋਪਾਲ, ਰਾਂਚੀ ਇਹ ਬੜਾ ਪੋਲਿਊਟਡ ਜਿਹੜੇ ਆਏ ਆ, ਬੜਾ ਪ੍ਰਦੂਸ਼ਣ ਆ। ਕਿ ਪੰਜਾਬ ਦੀ ਪਰਾਲੀ ਦਾ ਧੂਆ ਹੁਣ ਇੱਥੇ ਵੀ ਪਹੁੰਚੀ ਜਾਂਦਾ? ਰਾਜਕਰਨਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪਰਾਲੀ ਸਾੜਨ ਦੇ ਹਾਮੀ ਨਹੀਂ ਹਾਂ, ਪਰ ਅਸੀਂ ਧਾਰਮਿਕ ਰਵਾਇਤਾਂ ਦੇ ਨਾਂ ਦੇ ਉੱਤੇ ਚੱਲਣ ਵਾਲੇ ਪਟਾਕਿਆਂ ਦੇ ਵੀ ਹਾਮੀ ਨਹੀਂ ਹਾਂ। ਸੋ ਇਹ ਜਿਹੜਾ ਵਰਤਾਰਾ ਇਹ ਵੀ ਤਾਂ ਪੋਲਿਊਸ਼ਨ ਫੈਲਾਉਂਦਾ ਹੈ। ਲੰਘੇ ਕੱਲ ਭਾਰਤ ਮੁਲਕ ਦੇ ਵਿੱਚ ਸਮੁੱਚੇ ਤੌਰ ਤੇ 10ਵੀਂ ਦਾ ਤਿਉਹਾਰ ਮਤਲਬ ਹੈ ਨਾ ਦੁਸ਼ਹਿਰਾ ਮਨਾਇਆ ਗਿਆ ਜੀ। ਤੇ ਦੁਸ਼ਹਿਰੇ ਦੇ ਉੱਤੇ ਜਿੱਤ ਦੇ ਪ੍ਰਤੀਕ ਵਜੋਂ ਰਾਵਣ ਨੂੰ ਅਗਨ ਭੇਟ ਕਰਨ ਦੀ ਜਿਹੜੀ ਰਵਾਇਤ ਚੱਲੀ ਹੁੰਦੀ ਆ ਉਹਨੂੰ ਮਤਲਬ ਕਿ ਅਮਲੀ ਰੂਪ ਦਿੱਤਾ ਗਿਆ। ਸੋ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਸਾੜਨੇ ਤੇ ਪੁਤਲੇ ਸਾੜਨ ਦੇ ਨਾਂ ਦੇ ਉੱਤੇ ਉਹਨਾਂ 'ਚ ਪਟਾਕੇ ਭਰ ਕੇ ਚਲਾਉਣੇ, ਇਹਨਾਂ ਦੋਵਾਂ 'ਚ ਬਹੁਤ ਫਰਕ ਹੈ। ਸੋ ਇਸ ਲਈ ਤੁਸੀਂ ਆਪਣੀ ਧਾਰਮਿਕ ਰਵਾਇਤ ਅਨੁਸਾਰ ਜੋ ਸਾਡੀ ਮਰਿਆਦਾ, ਰਾਮ ਜੀ ਕਿੱਥੇ ਲਿਖ ਕੇ ਗਏ ਨੇ ਜੀ ਕਿ ਰਾਵਣ ਨੂੰ ਜਲਾਉਣ ਲੱਗਿਆ ਪਟਾਕੇ ਜ਼ਰੂਰ ਭਰ ਲਿਆ ਕਰੋ 2-3 ਲੱਖ ਦੇ ਵਿੱਚ। ਸੋ ਕਿਹੜੇ ਸਾਡੇ ਧਾਰਮਿਕ ਗ੍ਰੰਥ 'ਚ ਲਿਖਿਆ? ਇਹ ਵੀ ਪੋਲਿਊਸ਼ਨ ਹੈ ਨਾ। ਸੋ ਇਸ ਲਈ ਇਹਦੇ ਵੀ ਹਾਮੀ ਨਹੀਂ ਆ। ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਕੁਦਰਤ ਨੂੰ ਸੰਭਾਲਣ ਦੇ ਲਈ ਸਾਨੂੰ ਬਾਣੀ ਦੇ ਰੂਪ 'ਚ ਸੁਨੇਹਾ ਤੱਕ ਦੇ ਗਏ ਤੇ ਅਸੀਂ ਤਾਂ ਉਹਨਾਂ ਦੇ ਗੁਰਪੁਰਬ ਤੇ ਵੀ ਪਟਾਕੇ ਚਲਾਈ ਜਾਂਦੇ। ਸੋ ਇਸ ਲਈ ਸਾਨੂੰ ਸਮੁੱਚੇ ਤੌਰ ਤੇ ਕੁਦਰਤ ਦੇ ਹਵਾਲੇ ਨਾਲ ਸੋਚਣ ਦੀ ਲੋੜ ਹੈਗੀ ਆ। ਸੋ ਉਹਦੇ ਲਈ ਇਕੱਲੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਵੀ ਗੱਲ ਨਹੀਂ ਬਣਨੀ ਤੇ ਉਹਦੇ ਲਈ ਵੀ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਵੀ ਗੱਲ ਨਹੀਂ ਬਣਨੀ। ਸੋ ਇਹਦੇ ਨਾਲ ਸਰਕਾਰਾਂ ਆਪਣੀਆਂ ਖਾਮੀਆਂ ਲੁਕੋ ਨਹੀਂ ਸਕਦੀਆਂ। ਹੁਣ ਦਿੱਲੀ ਵਾਲੇ ਤਾਂ ਰੋਲ ਦਿੰਦੇ ਆ ਜੀ ਕਿ ਹਾਂ ਜੀ ਪੰਜਾਬ 'ਚ ਪਰਾਲੀ ਨੂੰ ਅੱਗ ਲੱਗ ਗਈ ਤਾਂ ਸਾਡੇ ਧੂੰਆਂ ਆ ਗਿਆ। ਇਹ ਪਿਛਲੇ 2 ਸਾਲਾਂ ਤੋਂ ਕੇਂਦਰ ਦੇ ਹਵਾਲੇ ਨਾਲ ਤਾਂ ਸਦੀਆਂ ਤੋਂ ਹੀ ਜਾ ਰਿਹਾ, ਪਰ ਪਿਛਲੇ 2 ਸਾਲਾਂ ਤੋਂ ਹੁਣ ਦਿੱਲੀ ਦੀ ਸਰਕਾਰ ਦੇ ਹਵਾਲੇ ਨਾਲ ਜਾਣੋਂ ਹਟ ਗਿਆ। ਪਹਿਲਾਂ ਕੇਜਰੀਵਾਲ ਸਾਹਿਬ ਨੂੰ ਇਹ ਧੂੰਆਂ ਬਹੁਤ ਚੁਭਦਾ ਸੀ, ਅੱਖਾਂ 'ਚ ਵੀ, ਛਾਤੀ 'ਚ ਵੀ, ਦਿੱਲੀ 'ਚ, ਤੇ ਹੁਣ ਜਦ ਤੋਂ ਪੰਜਾਬ 'ਚ ਆਪ ਦੀ ਸਰਕਾਰ ਬਣ ਗਈ ਹੁਣ ਉਹਨਾਂ ਨੂੰ ਤਾਂ ਦਿਖਣੋਂ ਹਟ ਗਿਆ ਧੂੰਆਂ। ਉਹ ਕਹਿੰਦੇ ਨਾ ਹੁਣ ਪੰਜਾਬ ਦਾ ਧੂੰਆਂ ਨਹੀਂ ਆਉਂਦਾ ਬਾਈਪਾਸ। ਤੇ ਜੇ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਤੇ ਫਿਰ ਪੂਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੇ ਸਮੇਂ 'ਚ ਇਸ ਧੂਏ ਦੇ ਹਵਾਲੇ ਨਾਲ। ਉਹ ਤੋਂ ਬਾਅਦ ਵਾਰੀ ਰਾਂਚੀ ਦੀ ਆਉਂਦੀ ਹੈ, ਉਹ ਤੋਂ ਬਾਅਦ ਕਲਕੱਤੇ ਦੀ ਆਉਂਦੀ ਹੈ, ਉਹ ਤੋਂ ਬਾਅਦ ਭੋਪਾਲ ਦੀ ਆਉਂਦੀ ਹੈ। ਫਿਰ ਇੱਥੇ ਵੀ ਧੂੰਆਂ ਪੰਜਾਬ ਵਾਲਾ ਪਹੁੰਚ ਗਿਆ ਜੀ। ਇਸ ਮੌਕੇ ਦਿੱਲੀ ਦੇ ਵਿੱਚ ਹਵਾ ਦੇ ਪੱਧਰ ਦੀ ਜਿਹੜਾ ਮਾਰਕਾ ਦੱਸਿਆ ਜਾ ਰਿਹਾ ਉਹ 238 ਦੱਸਿਆ ਜਾ ਰਿਹਾ। ਠੀਕ ਹੈ। AQI ਕੀ ਕਹਿੰਦੇ ਇਹਨੂੰ? 238 에ਅਰ ਕੁਆਲਿਟੀ ਇੰਡੈਕਸ। ਠੀਕ ਹੈ ਜੀ। ਜਦੋਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ 180 ਤੋਂ ਉੱਪਰ ਚਲਾ ਜਾਵੇ ਕਿਸੇ ਦਾ ਤਾਂ ਉਹ ਖਤਰਨਾਕ ਹੁੰਦਾ। ਹੁਣ 180 ਤੋਂ ਉੱਪਰ ਮਤਲਬ ਕਿ ਦਿੱਲੀ ਦੇ ਵਿੱਚ 238 ਆ। ਦਿੱਲੀ ਜਾਣ ਤੋਂ ਪਹਿਲਾਂ ਚੰਡੀਗੜ੍ਹ ਆਉਂਦਾ ਨਾ ਜਨਾਬ। ਚੰਡੀਗੜ੍ਹ ਦਾ ਲੰਘੇ ਇੱਕ ਦਿਨ ਪਹਿਲਾਂ 101 ਸੀ। ਤੇ ਜੇ ਪੰਜਾਬ ਦੀ ਪਰਾਲੀ ਇੰਨਾ ਅਸਰ ਕਰਦੀ ਹੈ ਫਿਰ ਤਾਂ ਚੰਡੀਗੜ੍ਹ ਦਾ 300-400 ਦੇ ਪਾਰ ਚਾਹੀਦਾ ਸੀ। ਲੱਗੇ ਇੱਥੇ 101 ਕਿਉਂ ਹੈ? ਪੰਜਾਬ ਦੇ ਵਿੱਚ ਇਸ ਮੌਕੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ ਇਹਨਾਂ ਸਾਹਾਂ ਦੇ ਉੱਤੇ 100 ਤੋਂ ਉੱਪਰ ਹੈ ਤੇ ਬਠਿੰਡੇ 'ਚ 66 ਹੈ ਤੇ ਦਿੱਲੀ ਦਾ 238 ਹੈ। ਤੇ ਇਹ ਪੰਜਾਬ ਦਾ ਧੂੰਆਂ ਬੜਾ ਮਤਲਬ ਕਿ ਪਾਰਸ਼ਲਿਟੀ ਕਰਦਾ, ਫਿਰ ਤਾਂ ਇਹ ਵਿਤਕਰਾ ਕਰਦਾ ਹੈ ਨਾ। ਪੰਜਾਬ ਦੇ ਘਰਾਂ ਨੂੰ, ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ ਛੱਡ ਜਾਂਦਾ, ਸਿੱਧਾ ਦਿੱਲੀ ਨੂੰ ਜਾਂਦਾ। ਮਤਲਬ ਇੰਨਾ ਝੂਠ। ਇਹ ਦੋਸ਼ ਲਾਏ ਨੇ ਹੁਣ ਪੰਜਾਬ ਤੇ ਕਿ ਪੰਜਾਬ ਦੇ ਧੂਏ ਕਾਰਨ। ਇਹ ਕਹਿੰਦੇ ਜੀ ਇਹ ਮੌਸਮ, ਜਦੋਂ ਸਰਦ ਰੁੱਤ ਦਾ ਮੌਸਮ ਆਉਂਦਾ ਹੈ ਤਾਂ ਇਹਨਾਂ ਦਿਨਾਂ 'ਚ ਜੇਕਰ ਮੀਂਹ ਪੈ ਜਾਵੇ ਥੋੜਾ ਤਾਂ ਉਹਦੇ ਨਾਲ IQ ਸਾਫ਼ ਰਹਿੰਦਾ ਹੈ, ਮੌਸਮ ਸਾਫ਼ ਰਹਿੰਦਾ ਹੈ। ਜੇਕਰ ਨਾ ਪਵੇ ਤਾਂ ਇਹ ਮੌਸਮ ਦੇ ਹਵਾਲੇ ਨਾਲ ਇਹ ਹਮੇਸ਼ਾ ਹਰ ਸਾਲ ਦਾ ਇਹ ਵਰਤਾਰਾ ਹੈ। ਪੂਨੇ ਦੇ ਵਿੱਚ ਪੋਲਿਊਸ਼ਨ ਵਧਣ ਦੀ ਦਰ 104% ਹੈ ਜੀ। ਰਾਂਚੀ 'ਚ 98% ਦੇ ਦਰ ਨਾਲ ਵਧਿਆ ਜੀ। ਕਲਕੱਤੇ 'ਚ 97% ਦਰ ਨਾਲ ਵਧਿਆ। ਭੋਪਾਲ 'ਚ 75% ਦਰ ਨਾਲ ਵਧਿਆ। ਚੰਡੀਗੜ੍ਹ ਦੇ ਵਿੱਚ 101 ਦਰਜ ਕੀਤਾ ਗਿਆ, ਪਰ ਇਹ ਵੀ 65% ਵਧਿਆ। 182 ਨੂੰ 80 ਤੋਂ ਉੱਪਰ ਖਤਰਨਾਕ ਦੱਸਿਆ ਜਾਂਦਾ। ਸੋ ਜੇਕਰ ਚੰਡੀਗੜ੍ਹ ਦਾ ਧੂੰਆਂ ਮਤਲਬ ਕਿ ਉਹ ਹਵਾ ਦਾ ਪੋਲਿਊਸ਼ਨ 101 ਤੇ ਰਹਿ ਸਕਦਾ ਤਾਂ ਦਿੱਲੀ ਦਾ 238 ਪੰਜਾਬ ਨੇ ਕਿਵੇਂ ਕਰਤਾ? ਸੋ ਸਰਕਾਰ ਪਰਾਲੀ ਨੂੰ ਸੰਭਾਲਣ 'ਚ ਧਿਆਨ ਦੇਵੇ। ਅਸੀਂ ਇਹ ਨਹੀਂ ਕਹਿੰਦੇ ਕਿ ਇਹਦੇ ਨਾਲ ਅਸਰ ਨਹੀਂ ਪੈਂਦਾ ਵਾਤਾਵਰਨ ਤੇ, ਪੈਂਦਾ ਏ,
ਉਹਦਾ ਅਸਰ ਉਸ ਕਿਸਾਨ ਤੇ ਵੀ ਪੈਂਦਾ ਜਿਹੜਾ ਅੱਗ ਲਾਉਂਦਾ। ਉਹਦੀਆਂ ਅੱਖਾਂ, ਉਹਦੀ ਛਾਤੀ, ਉਹਦੇ ਉੱਤੇ ਪਹਿਲਾਂ ਅਸਰ, ਉਹਦੇ ਜਵਾਕਾਂ ਤੇ ਪਹਿਲਾਂ ਅਸਰ, ਉਹਦੇ ਪਿੰਡ ਤੇ ਪਹਿਲਾਂ ਅਸਰ, ਉਹਦੇ ਸੂਬੇ ਤੇ ਪਹਿਲਾਂ ਅਸਰ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਸਾਰੇ ਲਈ ਜ਼ਿੰਮੇਵਾਰ ਪੰਜਾਬ ਨੂੰ ਠਹਿਰਾ ਦਿਓ। ਹਾਂ, ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਪਹਿਲ ਕਦਮੀ ਕਰਦੀਆਂ ਕਿ ਕੋਈ ਨਾ ਅਸੀਂ ਬੈਠੇ ਹਾਂ, ਤੂੰ ਅੱਗ ਲਾ, ਇਹ ਸਹੀ ਨਹੀਂ ਹੈ। ਉਹ ਕਹਿਣ ਕਿ ਚੱਲ ਸਾਡੇ ਨਾਲ, ਆਪਾਂ ਦਿੱਲੀ ਨੂੰ ਚੱਲਦੇ ਹਾਂ, ਆਪਾਂ ਦਿੱਲੀ ਤੋਂ ਇਹਦਾ ਮੁਆਵਜ਼ਾ ਲੈ ਕੇ ਮੁੜਦੇ ਹਾਂ ਕਿ ਸਾਨੂੰ ਜਾਂ ਪੂਰੀ MSP ਦੇ ਦਿਓ ਤਾਂ ਕਿ ਅਸੀਂ ਆਪਣੀ ਫਸਲ ਨੂੰ ਸੰਭਾਲਣ, ਸੇਜਣ ਦੇ ਵਿੱਚ ਹੋ ਸਕੇ। ਸਾਨੂੰ ਤਾਂ ਤੁਸੀਂ ਪੂਰੀ ਮਿਹਨਤਨਾਮਾ ਵੀ ਨਹੀਂ ਦਿੰਦੇ, ਦਿਹਾੜੀ ਵੀ ਨਹੀਂ ਦਿੰਦੇ ਕਿਸਾਨ ਦੀ ਪੂਰੀ, ਜਿੰਨੇ ਦਿਨ ਉਹ ਮਿਹਨਤ ਕਰਦਾ 6 ਮਹੀਨੇ ਫਸਲ ਉਗਾਉਣ ਲਈ। ਸੋ ਇਸ ਲਈ ਜੇ MSP ਪੂਰੀ ਮਿਲੇ, ਫਿਰ ਉਹਨੂੰ ਕੀ ਸ਼ੌਂਕ ਚੜਿਆ ਕਿ ਉਹ ਅੱਗ ਲਾਵੇ। ਸੋ ਇਸ ਲਈ ਸਰਕਾਰਾਂ ਹੱਲ ਕੱਢਣ ਦੀ ਬਜਾਏ ਦੋਸ਼ ਲਾ ਕੇ ਆਪਣਾ ਪੱਲਾ ਬਚਾਉਣ ਚ ਮਾਰ ਨੇ, ਜਿਹਦਾ ਇਹ ਪ੍ਰਤੀਕ ਸੀ। ਪਰ ਆ ਸੱਚ ਅਸੀਂ ਸਾਹਮਣੇ ਰੱਖਿਆ। ਜੀ ਜੀ।